ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ। ਅੱਜ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ 7ਵੀਂ ਕਲਾਸ ਦਾ ਪਹਿਲਾ ਚੈਪਟਰ ਪੌਦਿਆਂ ਵਿੱਚ ਪੋਸ਼ਣ, ਜਿਹਨੂੰ ਆਪਾਂ ਇੰਗਲਿਸ਼ ਦੇ ਵਿੱਚ ਨਿਊਟ੍ਰੀਸ਼ਨ ਇਨ ਪਲਾਂਟਸ ਵੀ ਬੋਲਦੇ ਹਾਂ। ਸੋ ਇਹ ਆਪਾਂ ਡਿਸਕਸ ਕਰਾਂਗੇ। ਬਹੁਤ ਹੀ ਧਿਆਨ ਦੇ ਨਾਲ ਤੁਸੀਂ ਸੁਣਨਾ ਹੈ, ਪਰ ਮੈਂ ਵੀ ਕੋਸ਼ਿਸ਼ ਕਰਾਂਗੀ ਕਿ ਮੈਂ ਤੁਹਾਨੂੰ ਪੂਰੀ ਸਰਲਤਾ ਦੇ ਨਾਲ ਸਮਝਾ ਸਕਾਂ। ਹੁਣ ਤੁਸੀਂ 6ਵੀਂ ਜਮਾਤ ਵਿੱਚ ਪੜ੍ਹ ਚੁੱਕੇ ਹੋ ਕਿ ਸਾਰਿਆਂ ਜੀਵਾਂ ਲਈ ਭੋਜਨ ਜ਼ਰੂਰੀ ਹੈ। ਤੁਸੀਂ ਇਹ ਵੀ ਪੜ੍ਹ ਚੁੱਕੇ ਹੋ ਕਿ ਕਾਰਬੋਹਾਈਡਰੇਟ, ਪ੍ਰੋਟੀਨ, ਚਰਬੀ, ਵਿਟਾਮਿਨ, ਖਣਿਜ ਭੋਜਨ ਦੇ ਘਟਕ ਹਨ। ਘਟਕ ਦਾ ਮਤਲਬ ਕੀ ਹੈ? ਪਾਰਟਸ, ਜੋ ਉਹਦੇ ਵਿੱਚ ਪ੍ਰੈਜ਼ੈਂਟ ਹੁੰਦਾ ਹੈ। ਭੋਜਨ ਦੇ ਇਹ ਘਟਕ ਸਾਡੇ ਸਰੀਰ ਲਈ ਬਹੁਤ ਹੀ ਜ਼ਰੂਰੀ ਹਨ ਅਤੇ ਇਹਨਾਂ ਨੂੰ ਪੌਸ਼ਟਿਕ ਤੱਤ ਕਹਿੰਦੇ ਹਨ। ਸਾਰੇ ਜੀਵਾਂ ਨੂੰ ਭੋਜਨ ਦੀ ਲੋੜ ਹੁੰਦੀ ਹੈ ਅਤੇ ਪੌਦੇ ਆਪਣਾ ਭੋਜਨ ਖੁਦ ਬਣਾ ਸਕਦੇ ਨੇ, ਪਰੰਤੂ ਮਨੁੱਖ ਸਹਿਤ ਕੋਈ ਵੀ ਜੰਤੂ ਆਪਣਾ ਭੋਜਨ ਨਹੀਂ ਬਣਾ ਸਕਦਾ। ਸੋ ਕਹਿਣ ਤੋਂ ਭਾਵ ਹੈ ਕਿ ਜੇ ਦੁਨੀਆ ਦੇ ਉੱਪਰ ਪਲਾਂਟਸ ਨਾ ਹੋਣ, ਪੌਦੇ ਨਾ ਹੋਣ, ਤੇ ਕਿਸੇ ਨੂੰ ਵੀ ਭੋਜਨ ਨਹੀਂ ਮਿਲੇਗਾ। ਉਹ ਪੌਦਿਆਂ ਦਾ ਆਹਾਰ ਗ੍ਰਹਿਣ ਕਰਨ ਵਾਲੇ ਜੰਤੂਆਂ ਤੋਂ ਆਪਣਾ ਭੋਜਨ ਪ੍ਰਾਪਤ ਕਰਦੇ ਹਨ। ਇਸ ਲਈ ਮਨੁੱਖ ਅਤੇ ਹੋਰ ਜੰਤੂ ਸਿੱਧੇ ਜਾਂ ਸਿੱਧੇ ਰੂਪ ਵਿੱਚ ਭੋਜਨ ਲਈ ਪੌਦਿਆਂ ਤੇ ਹੀ ਨਿਰਭਰ ਕਰਦੇ ਹਨ। ਹੁਣ ਤੁਸੀਂ ਸੋਚੋਗੇ ਕਿ ਸ਼ੇਰ, ਚੀਤਾ ਇਹ ਤੇ ਪੌਦੇ ਨਹੀਂ ਖਾਂਦੇ, ਫਿਰ ਇਹ ਪੌਦਿਆਂ ਤੇ ਕਿੱਦਾਂ ਡਿਪੈਂਡ ਕਰਦੇ ਨੇ? ਮੇਰੇ ਪਿਆਰੇ ਬੱਚੋ, ਇਹ ਬੇਸ਼ੱਕ ਮੀਟ ਖਾਣ ਵਾਲੇ ਜਾਨਵਰ ਨੇ, ਪਰ ਇਹ ਕੀ ਖਾਂਦੇ ਨੇ? ਜਿਵੇਂ ਹਿਰਨ ਖਾਂਦੇ ਨੇ, ਜ਼ੈਬਰਾ ਖਾਂਦੇ ਨੇ। ਸੋ ਉਹ ਕੀ ਖਾਂਦੇ ਨੇ? ਘਾਹ ਖਾਂਦੇ ਨੇ। ਠੀਕ ਹੈ, ਤੇ ਜੇ ਉਹ ਘਾਹ ਹੀ ਨਾ ਹੋਇਆ, ਹਿਰਨ, ਜ਼ੈਬਰਾ ਇਹ ਕਿੱਥੋਂ ਆਉਣਗੇ? ਤੇ ਜੇ ਇਹ ਜਾਨਵਰ ਨਾ ਹੋਏ ਤੇ ਸ਼ੇਰ ਕਿਵੇਂ ਜਿੰਦਾ ਰਹਿ ਸਕਦਾ ਹੈ? ਹੁਣ ਸਮਝ ਆਈ ਕਿ ਕਿਵੇਂ ਹਰੇਕ ਜਾਨਵਰ ਜਿਹੜਾ ਵਾ, ਹਰੇਕ ਆਰਗੈਨਿਜ਼ਮ ਜਿਹੜਾ ਵਾ ਉਹ ਕਾਹਤੇ ਡਿਪੈਂਡ ਕਰਦਾ ਹੈ? ਪਲਾਂਟਸ ਦੇ ਉੱਪਰ ਡਿਪੈਂਡ ਕਰਦਾ ਹੈ। ਸੋ ਹੁਣ ਦੇਖੋ, ਸਿਰਫ ਔਰ ਸਿਰਫ ਪਲਾਂਟਸ ਹੀ ਨੇ ਜਿਹੜਾ ਆਪਣਾ ਭੋਜਨ ਆਪ ਬਣਾ ਸਕਦੇ ਨੇ। ਠੀਕ ਹੈ, ਸੋ ਹੁਣ ਆਪਾਂ ਇਹ ਵੇਖਾਂਗੇ ਕਿ ਪੌਦਿਆਂ ਦੇ ਵਿੱਚ ਪੋਸ਼ਣ ਵਿਧੀ ਕਿਵੇਂ ਆਪਣੇ ਆਪ ਦੀ ਨਿਊਟ੍ਰੀਸ਼ਨ ਲੈਂਦੇ ਨੇ, ਆਪਣਾ ਪੋਸ਼ਣ ਲੈਂਦੇ ਨੇ। ਸਿਰਫ ਪੌਦੇ ਹੀ ਅਜਿਹੇ ਸੰਜੀਵ ਹਨ ਜੋ ਪਾਣੀ, ਕਾਰਬਨ ਡਾਈਆਕਸਾਈਡ ਅਤੇ ਖਣਿਜ ਦੀ ਮਦਦ ਦੇ ਨਾਲ ਆਪਣਾ ਭੋਜਨ ਬਣਾ ਸਕਦੇ ਹਨ। ਠੀਕ ਹੈ, ਸੋ ਇਥੋਂ ਆਪਾਂ ਕੀ ਸਮਝਿਆ? ਇਸ ਤੋਂ ਆਪਾਂ ਸਮਝਿਆ ਕਿ ਸਿਰਫ ਔਰ ਸਿਰਫ ਪਲਾਂਟਸ ਹੀ ਹੁੰਦੇ ਨੇ ਜਿਹੜੇ ਕੀ ਕਰਦੇ ਨੇ, ਆਪਣਾ ਭੋਜਨ ਆਪ ਬਣਾ ਸਕਦੇ ਨੇ। ਹੁਣ ਇੱਥੇ ਇੱਕ ਕੁਐਸਚਨ ਬਣਦਾ ਹੈ। ਕੀ ਕੁਐਸਚਨ ਬਣਦਾ ਹੈ? ਕਿ ਪਲਾਂਟਸ ਜਿਹੜੇ ਨੇ ਉਹ ਕਿਵੇਂ ਆਪਣਾ ਭੋਜਨ ਬਣਾ ਸਕਦੇ ਨੇ, ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਯੂਜ਼ ਕਰਕੇ? ਸੋ ਸਭ ਤੋਂ ਪਹਿਲੀ ਚੀਜ਼ ਹੈ ਜੀ ਪਾਣੀ। ਠੀਕ ਹੈ, ਸਭ ਤੋਂ ਪਹਿਲੀ ਚੀਜ਼ ਕਿਹੜੀ ਹੈ? ਪਾਣੀ। ਉਸ ਤੋਂ ਬਾਅਦ ਕੀ ਹੈ? ਕਾਰਬਨ ਡਾਈਆਕਸਾਈਡ। ਠੀਕ ਹੈ, ਉਸ ਤੋਂ ਬਾਅਦ ਖਣਿਜ, ਜਿੱਦਾਂ ਮੈਗਨੀਸ਼ੀਅਮ ਹੋ ਗਿਆ। ਇਹਨਾਂ ਸਾਰੀਆਂ ਚੀਜ਼ਾਂ ਦਾ ਯੂਜ਼ ਕਰਕੇ ਕੀ ਆ, ਆਪਣਾ ਭੋਜਨ ਜਿਹੜਾ ਇਹ ਆਪ ਤਿਆਰ ਕਰ ਸਕਦੇ ਨੇ। ਉਸ ਤੋਂ ਬਾਅਦ ਪੌਸ਼ਟਿਕ ਪਦਾਰਥ ਸੰਜੀਵਾਂ ਨੂੰ ਉਹਨਾਂ ਦੀ ਸਰੀਰਕ ਸੰਚਾਰਨਾ, ਵਾਧਾ ਅਤੇ ਨੁਕਸਾਨ ਹੋਏ ਭਾਗਾਂ ਦੇ ਰੱਖ ਰਖਾਅ ਲਈ ਸਮਰੱਥ ਬਣਾਉਂਦੇ ਨੇ ਤੇ ਵੱਖ-ਵੱਖ ਜੈਵ ਕਿਰਿਆਵਾਂ ਲਈ ਲੋੜੀਂਦਾ ਊਰਜਾ ਵੀ ਪ੍ਰਦਾਨ ਕਰਦੇ ਨੇ। ਠੀਕ ਹੈ, ਹੁਣ ਪੌਸ਼ਟਿਕ ਪਦਾਰਥ, ਠੀਕ ਹੈ, ਸੰਜੀਵ ਮੀਨਸ ਜਿੰਦਾ ਚੀਜ਼ਾਂ ਨੂੰ। ਸੋ ਦੇਖੋ, ਹੁਣ ਸਾਨੂੰ ਭੋਜਨ ਜਿਹੜਾ ਕੀ ਕਰਦਾ ਹੈ? ਸਾਨੂੰ ਜਿਉਂਦਾ ਰੱਖਦਾ ਹੈ। ਦੂਸਰਾ ਕੀ ਕਰਦਾ ਹੈ? ਸਾਨੂੰ ਇੱਕ ਤਾਂ ਸਾਨੂੰ ਜਿਉਂਦਾ ਰੱਖਦਾ ਹੈ, ਦੂਸਰਾ ਕੀ ਕਰਦਾ ਹੈ? ਸਾਨੂੰ ਅਗਰ ਚੋਟ ਲੱਗ ਜਾਂਦੀ ਹੈ, ਸੱਟ ਲੱਗ ਜਾਂਦੀ ਹੈ, ਤਾਂ ਉਹਦੀ ਹੀਲਿੰਗ ਕਰਨ ਦੇ ਵਿੱਚ ਵੀ, ਹੀਲਿੰਗ ਮਤਲਬ ਉਹਨੂੰ ਜ਼ਖਮ ਨੂੰ ਭਰਨ ਦੇ ਵਿੱਚ ਵੀ ਜਿਹੜਾ ਵਾ ਯੋਗਦਾਨ ਪਾਉਂਦਾ ਹੈ। ਸੋ ਸੰਜੀਵਾਂ ਦੁਆਰਾ ਭੋਜਨ ਗ੍ਰਹਿਣ ਕਰਕੇ ਇਸ ਦੀ ਵਰਤੋਂ ਦੀ ਵਿਧੀ ਨੂੰ ਪੋਸ਼ਣ ਕਹਿੰਦੇ ਨੇ। ਸੋ ਨਿਊਟ੍ਰੀਸ਼ਨ ਕੀ ਆ? ਕਿ ਆਪਾਂ ਖਾਣਾ ਖਾ ਲਿਆ ਹੈ, ਠੀਕ ਹੈ, ਸੋ ਹੁਣ ਖਾਧੇ ਖਾਣੇ ਦਾ ਆਪਾਂ ਯੂਜ਼ ਕਰਨਾ ਹੈ, ਉਹਨੂੰ ਕੀ ਬੋਲਦਾ? ਆਪਾਂ ਨਿਊਟ੍ਰੀਸ਼ਨ ਬੋਲਦਾ। ਪੋਸ਼ਣ ਦੀ ਉਹ ਵਿਧੀ ਜਿਸ ਵਿੱਚ ਜੀਵ ਆਪਣਾ ਭੋਜਨ ਖੁਦ ਸੰਸ਼ਲਿਸ਼ਟ ਮੀਨਸ ਬਣਾਉਂਦੇ ਨੇ। ਇਸ ਦਾ ਮਤਲਬ ਕੀ ਹੈ? ਬਣਾਉਣਾ। ਠੀਕ ਹੈ, ਜਿਸ ਪ੍ਰੋਸੈਸ ਦੇ ਨਾਲ ਆਪਣਾ ਭੋਜਨ ਆਪ ਬਣਾਉਂਦੇ ਨੇ ਪਲਾਂਟਸ, ਉਹ ਵਾਲੇ ਆਰਗੈਨਿਜ਼ਮਸ ਨੂੰ ਕੀ ਬੋਲਦਾ? ਆਪਾਂ ਆਟੋਟ੍ਰੋਫਸ, ਜਾਂ ਕੀ ਬੋਲਦਾ? ਜਾਂ ਸਵੈ ਪੋਸ਼ਣ ਬੋਲਦਾ ਉਸ ਚੀਜ਼ ਨੂੰ। ਤੇ ਸਵੈ ਪੋਸ਼ਣ ਆਪਾਂ ਕਿਹਨੂੰ ਬੋਲਦਾ? ਉਹ ਵਾਲਾ ਪ੍ਰੋਸੈਸ, ਉਹ ਵਾਲੀ ਵਿਧੀ ਜਿਹਦੇ ਵਿੱਚ ਕੀ ਆ, ਪਲਾਂਟਸ ਜਿਹੜੇ ਆ ਜਾਂ ਪੌਦੇ ਆ ਉਹ ਆਪਣਾ ਭੋਜਨ ਆਪ ਬਣਾਉਂਦੇ ਨੇ। ਸੋ ਉਸ ਨੂੰ ਆਪਾਂ ਕੀ ਬੋਲਦਾ? ਸਵੈ ਪੋਸ਼ਣ। ਤੇ ਉਹ ਵਾਲੇ ਜੀਵ ਜਿਹੜੇ ਆਪਣਾ ਭੋਜਨ ਆਪ ਬਣਾਉਂਦੇ ਨੇ ਉਹਨਾਂ ਨੂੰ ਕੀ ਬੋਲਦਾ? ਆਪਾਂ ਸਵੈ ਪੋਸ਼ੀ।
ਕੀ ਬੋਲਤਾ ਆਪਾਂ? ਸਵੈ ਪੋਸ਼ੀ। ਠੀਕ ਹੈ, ਇੰਗਲਿਸ਼ ਵਿੱਚ ਆਪਾਂ ਇਹਨੂੰ ਬੋਲਦੇ ਹਾਂ ਆਟੋਟ੍ਰੋਪਸ। ਉਸ ਤੋਂ ਅੱਗੇ ਲਿਖਿਆ ਹੈ ਜੀ, ਜੰਤੂ ਅਤੇ ਕਈ ਹੋਰ ਜੀਵ ਪੌਦਿਆਂ ਦੁਆਰਾ ਸੰਸ਼ਲਿਤ ਭੋਜਨ ਗ੍ਰਹਿਣ ਕਰਦੇ ਹਨ। ਠੀਕ ਹੈ, ਮਤਲਬ ਇੱਥੇ ਗੱਲ ਆ ਗਈ ਆਪਣੀ ਹਿਊਮਨ ਬੀਇੰਗਸ ਜਾਂ ਪਲਾਂਟਸ ਨੂੰ ਛੱਡ ਕੇ ਬਾਕੀ ਸਾਰੀਆਂ ਚੀਜ਼ਾਂ ਦੀ ਇੱਥੇ ਗੱਲ ਆ ਗਈ। ਠੀਕ ਹੈ, ਸੋ ਕਹਿੰਦੇ ਕਿ ਉਹਨਾਂ ਨੂੰ ਆਪਾਂ ਕੀ ਬੋਲਤਾ? ਪਰਪੋਸ਼ੀ ਬੋਲਤਾ। ਪਰਪੋਸ਼ੀ ਕਿਉਂ? ਕਿਉਂਕਿ ਅਸੀਂ ਪਰਾਇਆਂ ਦੇ ਉੱਪਰ ਡਿਪੈਂਡ ਕਰਦੇ ਹਾਂ। ਪਰਾਇਆਂ ਦਾ ਮਤਲਬ ਕੀ ਆ? ਪਲਾਂਟਸ ਦੇ ਉੱਪਰ ਡਿਪੈਂਡ ਕਰਦੇ ਹਾਂ ਆਪਣਾ ਭੋਜਨ ਖਾਣ ਵਾਸਤੇ। ਸੋ ਅਸੀਂ ਕੀ ਹੋ ਗਏ? ਪਰਪੋਸ਼ੀ। ਠੀਕ ਹੈ, ਸੋ ਸਿਰਫ ਅਸੀਂ ਮਨੁੱਖ ਹੀ ਨਹੀਂ, ਸਾਰੇ ਜਾਨਵਰ ਜਿਵੇਂ ਡੌਗ, ਕੁੱਤਾ, ਜਿਹਨੂੰ ਆਪਾਂ ਕੁੱਤਾ ਬੋਲਦੇ ਹਾਂ, ਬਿੱਲੀ, ਹਿਰਨ, ਇਹ ਸਾਰੇ ਕੀ ਨੇ? ਪਰਪੋਸ਼ੀ। ਕਿਉਂ? ਕਿਉਂਕਿ ਅਸੀਂ ਪੌਦਿਆਂ ਤੋਂ ਬਿਨਾਂ ਨਹੀਂ ਰਹਿ ਸਕਦੇ ਔਰ ਆਪਣਾ ਭੋਜਨ ਅਸੀਂ ਆਪ ਨਹੀਂ ਬਣਾ ਸਕਦੇ। ਇਸੇ ਤਰੀਕੇ ਨਾਲ ਸ਼ੇਰ, ਚੀਤਾ, ਇਹ ਸਾਰੇ ਕੀ ਨੇ? ਪਰਪੋਸ਼ੀ। ਠੀਕ ਹੈ ਜੀ। ਉਸ ਤੋਂ ਬਾਅਦ ਕੀ ਆ ਗਿਆ ਸਾਡੇ ਕੋਲ ਅਗਲਾ ਟੌਪਿਕ? ਪ੍ਰਕਾਸ਼ ਸੰਸ਼ਲੇਸ਼ਣ ਪੌਦਿਆਂ ਵਿੱਚ ਭੋਜਨ ਸੰਸ਼ਲੇਸ਼ਣ ਦੀ ਪ੍ਰਕਿਰਿਆ। ਫੋਟੋਸਿੰਥਸਿਸ ਫੂਡ ਮੇਕਿੰਗ ਪ੍ਰੋਸੈਸ ਇਨ ਪਲਾਂਟਸ। ਹੁਣ ਆਪਾਂ ਇਹ ਪੜ੍ਹਨਾ ਹੈ ਕਿ ਪਲਾਂਟ ਦੇ ਵਿੱਚ ਕਿਹੜੀ ਕਿਹੜੀ ਚੀਜ਼ ਹੈ, ਕਿਹੜੀ ਕਿਹੜੀ ਚੀਜ਼ ਹੈ ਜਿਹੜੀ ਕੀ ਹੈ? ਫੋਟੋਸਿੰਥਸਿਸ, ਪ੍ਰਕਾਸ਼ ਸੰਸ਼ਲੇਸ਼ਣ ਕਰਦੀ ਹੈ। ਸੋ ਸਭ ਤੋਂ ਪਹਿਲਾ ਪੁਆਇੰਟ ਜਿਹੜਾ ਵਾ ਉਹ ਕੀ ਆ ਕਿ ਪਲਾਂਟ ਦੇ ਕਿਹੜੇ ਜਿਹੜੇ ਪੱਤੇ ਨੇ ਉਹ ਕਿਹੜੇ ਰੰਗ ਦੇ ਹੁੰਦੇ ਨੇ? ਹਰੇ ਰੰਗ ਦੇ। ਠੀਕ ਹੈ ਜੀ। ਸੋ ਉਹਨਾਂ ਨੂੰ ਕੀ ਬੋਲਦੇ ਆਪਾਂ? ਭੋਜਨ ਫੈਕਟਰੀ। ਕੀ ਬੋਲਦੇ ਆ? ਭੋਜਨ ਫੈਕਟਰੀ ਬੋਲਦੇ ਆ। ਸੋ ਪੌਦਿਆਂ ਦੇ ਵਿੱਚ ਭੋਜਨ ਪਦਾਰਥਾਂ ਦਾ ਸੰਸ਼ਲੇਸ਼ਣ ਉਹਨਾਂ ਦੇ ਪੱਤਿਆਂ ਵਿੱਚ ਹੁੰਦਾ ਹੈ। ਕਹਿਣ ਦਾ ਮਤਲਬ ਕੀ ਆ ਕਿ ਪਲਾਂਟ ਦੇ ਕਿਹੜੇ ਭਾਗ ਦੇ ਵਿੱਚ ਜਿਹੜਾ ਵਾ ਭੋਜਨ ਬਣਦਾ ਹੈ? ਪੱਤਿਆਂ ਦੇ ਵਿੱਚ। ਠੀਕ ਹੈ, ਤੇ ਇਸ ਲਈ ਸਾਰੇ ਕੱਚੇ ਪਦਾਰਥ ਉਹਨਾਂ ਤੱਕ ਪਹੁੰਚਣੇ ਚਾਹੀਦੇ ਹਨ। ਮਿੱਟੀ ਵਿੱਚ ਮੌਜੂਦ ਪਾਣੀ ਅਤੇ ਖਣਿਜ ਜੜ੍ਹਾਂ ਦੁਆਰਾ ਸੋਖਿਆ ਜਾਂਦਾ ਹੈ ਤੇ ਉਹਨਾਂ ਦੇ ਤਣਿਆਂ ਰਾਹੀਂ ਪੱਤਿਆਂ ਤੱਕ ਪਹੁੰਚਾਏ ਜਾਂਦੇ ਹਨ। ਪੱਤੇ ਦੀ ਸਤ੍ਹਾ ਉੱਤੇ ਮੌਜੂਦ ਸੂਖਮ ਛੇਕਾਂ ਦੁਆਰਾ ਹਵਾ ਵਿੱਚੋਂ ਮੌਜੂਦ ਕਾਰਬਨ ਡਾਈਆਕਸਾਈਡ ਦਾਖਲ ਹੁੰਦੀ ਹੈ ਅਤੇ ਇਹ ਛਿੱਦਰ ਕੀ ਹੈ? ਛੋਟੇ ਛੋਟੀਆਂ ਮੋਰੀਆਂ ਹੁੰਦੀਆਂ ਨੇ ਲੀਵਸ ਦੇ ਵਿੱਚ, ਜੋ ਸਾਨੂੰ ਨੰਗੀ ਅੱਖ ਦੇ ਨਾਲ ਨਹੀਂ ਵੇਖਦੀਆਂ, ਮਾਈਕਰੋਸਕੋਪ ਦੇ ਅੰਡਰ ਦੇਖਦੀਆਂ ਨੇ। ਸੋ ਉਹਨਾਂ ਦੇ ਥਰੂ ਜਿਹੜੀ ਆ ਉਹ ਕਾਰਬਨ ਡਾਈਆਕਸਾਈਡ ਅੰਦਰ ਜਾਂਦੀ ਹੈ। ਸੋ ਉਹਨੂੰ ਕੀ ਬੋਲਦੇ ਆਪਾਂ? ਸਟੋਮੈਟਾ ਕਹਿੰਦੇ ਆ। ਠੀਕ ਹੈ, ਸੋ ਜਦੋਂ ਕਾਰਬਨ ਡਾਈਆਕਸਾਈਡ ਸਟੋਮੈਟਾ ਦੇ ਥਰੂ ਪੱਤੇ ਦੇ ਵਿੱਚ ਚਲੀ ਗਈ, ਜੜ੍ਹਾਂ ਨੇ ਪਾਣੀ ਸੋਖ ਲਿਆ ਔਰ ਪਾਣੀ ਜਿਹੜਾ ਪੱਤਿਆਂ ਤੱਕ ਪਹੁੰਚ ਗਿਆ ਤੇ ਸੂਰਜ ਦੀ ਮੌਜੂਦਗੀ ਦੇ ਵਿੱਚ ਕੀ ਬਣਦਾ ਹੈ? ਫਿਰ ਗਲੂਕੋਜ਼ ਬਣਦਾ ਹੈ। ਸੋ ਉਹਨੂੰ ਕੀ ਬੋਲਦੇ ਆ ਆਪਾਂ? ਪ੍ਰਕਾਸ਼ ਸੰਸ਼ਲੇਸ਼ਣ ਬਣਦਾ ਕਹਿੰਦੇ। ਸੋ ਇਹ ਤੁਹਾਡੇ ਲਈ ਨਵੀਂ ਚੀਜ਼ ਹੈ, ਸੋ ਇਹਨੂੰ ਸਮਝਣ ਦੇ ਵਿੱਚ ਤੁਹਾਨੂੰ ਥੋੜੀ ਪ੍ਰੋਬਲਮ ਆ ਸਕਦੀ ਹੈ। ਸੋ ਇਸ ਕਰਕੇ ਮੈਂ ਇਹਦੀ ਦੁਹਰਾਈ ਕਰਨਾ ਚਾਹਾਂਗੀ। ਸੋ ਅਸੀਂ ਪੜ੍ਹ ਰਹੇ ਸੀ ਕਿ ਫੋਟੋਸਿੰਥਸਿਸ ਜਿਹੜੀ ਆ ਉਹ ਕਿਵੇਂ ਹੁੰਦੀ ਆ। ਠੀਕ ਹੈ, ਕਿ ਪਲਾਂਟਸ ਦੇ ਵਿੱਚ ਫੋਟੋਸਿੰਥਸਿਸ ਕਿੱਦਾਂ ਹੁੰਦੀ ਹੈ। ਸੋ ਆਪਾਂ ਪੜ੍ਹਿਆ, ਸਭ ਤੋਂ ਪਹਿਲੀ ਜਿਹੜੀ ਗੱਲ ਆਪਾਂ ਪੜ੍ਹੀ ਸੀਗੀ ਕਿ ਪਲਾਂਟ ਦੇ ਪੱਤੇ ਕਿਹੜੇ ਰੰਗ ਦੇ ਹੁੰਦੇ ਨੇ? ਆਪਾਂ ਵੇਖਿਆ ਕਿ ਹਰੇ ਰੰਗ ਦੇ ਹੁੰਦੇ ਨੇ। ਠੀਕ ਹੈ, ਉਸ ਤੋਂ ਬਾਅਦ ਫਿਰ ਇੱਕ ਆਪਾਂ ਦੂਸਰੀ ਗੱਲ ਪੜ੍ਹੀ ਕਿ ਪੱਤਿਆਂ ਦੇ ਵਿੱਚ ਕੀ ਹੁੰਦਾ ਹੈ? ਸਟੋਮੈਟਾ। ਠੀਕ ਹੈ, ਕੀ ਹੁੰਦਾ ਹੈ? ਪੱਤਿਆਂ ਦੇ ਵਿੱਚ ਸਟੋਮੈਟਾ ਹੁੰਦਾ ਹੈ ਔਰ ਇਹ ਸਟੋਮੈਟਾ ਦੇ ਥਰੂ ਹਵਾ ਜਿਹੜੀ ਆ, ਹਵਾ ਕਿਹੜੀ? ਕਾਰਬਨ ਡਾਈਆਕਸਾਈਡ ਅੰਦਰ ਜਾਂਦੀ ਹੈ ਔਰ ਜੜ੍ਹਾਂ ਦੇ ਥਰੂ ਪਾਣੀ ਕੀ ਹੈ? ਐਬਜ਼ੌਰਬ ਹੋ ਕੇ ਸੋਖ ਕੇ ਪੱਤਿਆਂ ਤੱਕ ਪਹੁੰਚ ਜਾਂਦਾ ਹੈ ਤੇ ਸੂਰਜ ਦੀ ਮੌਜੂਦਗੀ ਦੇ ਵਿੱਚ ਕੀ ਹੁੰਦੀ ਹੈ? ਪ੍ਰਕਾਸ਼ ਸੰਸ਼ਲੇਸ਼ਣ ਹੁੰਦੀ ਹੈ। ਠੀਕ ਹੈ, ਤੇ ਉਹਨੂੰ ਕੀ ਬੋਲਦੇ ਆ? ਉਹ ਫਿਰ ਕੀ ਬਣਦਾ? ਗਲੂਕੋਜ਼ ਬਣਦਾ ਹੈ। ਸੋ ਇਸ ਤਰੀਕੇ ਦਾ ਜਿਹੜਾ ਵਾ ਬਣਿਆ ਹੋਇਆ ਗਲੂਕੋਜ਼ ਜਿਹੜਾ ਵਾ ਉਹ ਪਲਾਂਟ ਆਪਣੇ ਲਈ ਯੂਜ਼ ਕਰਦਾ ਹੈ। ਇੱਕ ਗੱਲ ਹੋਰ ਬਹੁਤ ਇੰਪੋਰਟੈਂਟ, ਹਰੇ ਪੱਤਿਆਂ ਦੇ ਵਿੱਚ ਕੀ ਹੁੰਦਾ ਹੈ? ਕਲੋਰੋਫਿਲ। ਠੀਕ ਹੈ, ਆਪਾਂ ਯਾਦ ਕਰਨਾ ਹੈ ਕਿ ਪੱਤੇ ਹਰੇ ਕਿਉਂ ਹੁੰਦੇ ਨੇ? ਕਲੋਰੋਫਿਲ ਕਰਕੇ। ਠੀਕ ਹੈ, ਸੋ ਕਿਉਂਕਿ ਕਲੋਰੋਫਿਲ ਹੁੰਦੀ ਹੈ ਤੇ ਉਹਦੇ ਨਾਲ ਜਿਹੜਾ ਸੂਰਜ ਦਾ ਪ੍ਰਕਾਸ਼ ਹੈ ਉਹਨਾਂ ਸੋਖਣ ਦੇ ਵਿੱਚ ਮਦਦ ਕਰਦਾ ਹੈ। ਸੋ ਇਸ ਊਰਜਾ ਦੀ ਵਰਤੋਂ ਪਾਣੀ ਅਤੇ ਕਾਰਬਨ ਡਾਈਆਕਸਾਈਡ ਨਾਲ ਭੋਜਨ ਸੰਸ਼ਲੇਸ਼ਣ ਦੇ ਵਿੱਚ ਹੁੰਦੀ ਹੈ। ਕਿਉਂਕਿ ਭੋਜਨ ਸੰਸ਼ਲੇਸ਼ਣ ਸੂਰਜ ਦੇ ਪ੍ਰਕਾਸ਼ ਦੀ ਮੌਜੂਦਗੀ ਵਿੱਚ ਹੁੰਦਾ ਹੈ। ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਇਸ ਚੀਜ਼ ਦੀ। ਇਸ ਲਈ ਅਸੀਂ ਵੇਖਿਆ ਕਿ ਕਲੋਰੋਫਿਲ, ਸੂਰਜ ਦਾ ਪ੍ਰਕਾਸ਼, ਕਾਰਬਨ ਡਾਈਆਕਸਾਈਡ, ਅੰਡਰਲਾਈਨ ਕਰੋ ਇਸ ਚੀਜ਼ ਨੂੰ, ਕਿਹੜੀ ਕਿਹੜੀ ਚੀਜ਼ ਦੇ ਵਿੱਚ? ਕਲੋਰੋਫਿਲ। ਉਸ ਤੋਂ ਬਾਅਦ ਕੀ ਆ? ਸੂਰਜ ਦੀ ਮੌਜੂਦਗੀ ਮੀਨਜ਼
ਚਾਨਣ ਹੋਣਾ ਚਾਹੀਦਾ ਹੈ। ਕਿਹੜਾ ਚਾਨਣ? ਸੂਰਜ ਦਾ। ਉਸ ਤੋਂ ਬਾਅਦ ਕੀ ਚਾਹੀਦੀ ਸਾਨੂੰ? ਕਾਰਬਨ ਡਾਈਆਕਸਾਈਡ। ਠੀਕ ਹੈ, ਸੋ ਇਹ ਸਾਰੀਆਂ, ਹਾਂ ਇੱਕ ਪਾਣੀ, ਇਹ ਸਾਰੀਆਂ ਚੀਜ਼ਾਂ ਕੀ ਆ? ਬਹੁਤ ਜ਼ਰੂਰੀ ਨੇ ਪਲਾਂਟ ਨੂੰ ਆਪਣਾ ਭੋਜਨ ਬਣਾਉਣ ਵਾਸਤੇ। ਠੀਕ ਹੈ, ਔਰ ਉਸ ਤੋਂ ਬਾਅਦ ਕੀ, ਇਸ ਧਰਤੀ ਉੱਤੇ ਇੱਕ ਅਦੁੱਤੀ ਪ੍ਰਕਿਰਿਆ ਹੈ। ਪੱਤਿਆਂ ਦੁਆਰਾ ਸੂਰਜੀ ਊਰਜਾ ਇਕੱਠੀ ਕੀਤੀ ਜਾਂਦੀ ਹੈ। ਠੀਕ ਹੈ, ਔਰ ਪੌਦਿਆਂ ਵਿੱਚ ਭੋਜਨ ਦੇ ਰੂਪ ਵਿੱਚ ਜਮ੍ਹਾਂ ਹੋ ਜਾਂਦੀ ਹੈ। ਇਸ ਲਈ ਸਾਰੇ ਜੀਵਾਂ ਲਈ ਸੂਰਜ ਊਰਜਾ ਦਾ ਪ੍ਰਮੁੱਖ ਸਰੋਤ ਹੈ। ਹੁਣ ਦੇਖੋ, ਆਪਾਂ ਗੱਲ ਕੀਤੀ ਕਿ ਜੇ ਪਲਾਂਟਸ ਨਾ ਹੋਣ ਤੇ ਕੋਈ ਵੀ ਪਰਪੋਸ਼ੀ, ਚਾਹੇ ਮਨੁੱਖ ਨੇ ਚਾਹੇ ਕੋਈ ਵੀ ਜਾਨਵਰ ਆ, ਉਹ ਨਹੀਂ ਹੋਊਗਾ। ਠੀਕ ਹੈ, ਪਰ ਅਗਰ ਸੂਰਜ ਹੀ ਨਾ ਹੋਵੇ ਤੇ ਪਲਾਂਟਸ ਵੀ ਨਹੀਂ ਹੋ ਸਕਦੇ। ਕਿਉਂ? ਕਿਉਂਕਿ ਸੂਰਜ ਬਹੁਤ ਜ਼ਰੂਰੀ ਹੈ ਪੌਦਿਆਂ ਨੂੰ ਆਪਣਾ ਭੋਜਨ ਬਣਾਉਣ ਵਾਸਤੇ, ਆਪਣਾ ਭੋਜਨ ਤਿਆਰ ਕਰਨ ਵਾਸਤੇ। ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਪ੍ਰਕਾਸ਼ ਸੰਸਲੇਸ਼ਨ ਨਹੀਂ ਹੋਵੇਗਾ ਤਾਂ ਕੀ ਹੋਵੇਗਾ? ਮੈਂ ਪਹਿਲਾਂ ਵੈਸੇ ਉੱਤਰ ਦੇ ਚੁੱਕੀ ਹਾਂ, ਫਿਰ ਇਸ ਨੂੰ ਆਪਾਂ ਕਲੀਅਰ ਕਰਦੇ ਹਾਂ। ਪ੍ਰਕਾਸ਼ ਸੰਸਲੇਸ਼ਨ ਨਾ ਹੋਣ ਦੀ ਹਾਲਤ ਵਿੱਚ ਭੋਜਨ ਉਪਲਬਧ ਨਹੀਂ ਹੋਵੇਗਾ। ਕਿਵੇਂ ਨਹੀਂ ਹੋਵੇਗਾ? ਸਾਰੇ ਜੀਵਾਂ ਦੀ ਹੋਂਦ ਸਿੱਧੇ ਜਾਂ ਸਿੱਧੇ ਰੂਪ ਵਿੱਚ ਕਾਹਤੇ ਡਿਪੈਂਡ ਕਰਦੀ ਹੈ? ਪੌਦਿਆਂ ਦੇ ਉੱਪਰ। ਠੀਕ ਹੈ, ਕਾਹਤੇ ਡਿਪੈਂਡ ਕਰਦੀ ਹੈ? ਪੌਦਿਆਂ ਦੇ ਉੱਪਰ ਡਿਪੈਂਡ ਕਰਦੀ ਹੈ। ਸੋ ਹੁਣ ਪੌਦੇ ਕੀ ਕਰਦੇ ਨੇ? ਆਪਣਾ ਭੋਜਨ ਬਣਾਉਂਦੇ ਨੇ। ਕਿਵੇਂ ਬਣਾਉਂਦੇ ਨੇ? ਪ੍ਰਕਾਸ਼ ਸੰਸਲੇਸ਼ਨ ਦੇ ਨਾਲ ਬਣਾਉਂਦੇ ਨੇ। ਠੀਕ ਹੈ, ਹੁਣ ਪ੍ਰਕਾਸ਼ ਦਾ ਮਤਲਬ ਕੀ ਹੈ? ਚਾਨਣ। ਤੇ ਜੇ ਚਾਨਣ ਹੀ ਨਾ ਹੋਇਆ ਤੇ ਫਿਰ ਕਿਵੇਂ ਪ੍ਰਕਾਸ਼ ਸੰਸਲੇਸ਼ਨ ਹੋ ਜੂਗੀ? ਸੋ ਇਸ ਕਰਕੇ ਪੂਰੀ ਦੀ ਪੂਰੀ ਪ੍ਰਕਿਰਤੀ ਕਾਹਤੇ ਡਿਪੈਂਡ ਕਰਦੀ ਆ? ਪ੍ਰਕਾਸ਼ ਸੰਸਲੇਸ਼ਨ ਤੇ। ਤੇ ਪ੍ਰਕਾਸ਼ ਸੰਸਲੇਸ਼ਨ ਕਾਹਦੇ ਕਰਕੇ ਹੁੰਦਾ ਹੈ? ਸੂਰਜ ਦੀ ਮੌਜੂਦਗੀ ਕਰਕੇ। ਨੋ ਡਾਊਟ ਇਹਦੇ ਵਾਸਤੇ ਕਲੋਰੋਫਿਲ, ਪਾਣੀ ਵੀ ਓਨੇ ਹੀ ਜ਼ਰੂਰੀ ਨੇ, ਕਾਰਬਨ ਡਾਈਆਕਸਾਈਡ ਵੀ। ਸੋ ਜੋ ਹੁਣ ਤੱਕ ਆਪਾਂ ਪੜ੍ਹ ਕੇ ਆਏ ਆ ਉਹਦਾ ਨਿਚੋੜ ਆ ਜੀ। ਨਿਚੋੜ ਕੀ ਹੈ ਸਾਡੇ ਕੋਲ? ਕਿ ਕਾਰਬਨ ਡਾਈਆਕਸਾਈਡ ਆ ਪਲੱਸ ਪਾਣੀ ਆ। ਇਹੀ ਗੱਲ ਕਹੀ, ਪਾਣੀ ਕਿੱਥੋਂ ਆਉਂਦਾ ਹੈ? ਧਰਤੀ ਦੇ ਹੇਠਾਂ। ਕੌਣ ਚੂਸਦਾ ਇਹਨੂੰ? ਜੜ੍ਹਾਂ। ਕਾਰਬਨ ਡਾਈਆਕਸਾਈਡ ਕਿੱਥੋਂ ਆਉਂਦੀ ਹੈ? ਹਵਾ ਦੇ ਵਿੱਚੋਂ। ਇਹਨੂੰ ਕੌਣ ਲੈਂਦਾ ਹੈ ਪਲਾਂਟ ਦੇ ਅੰਦਰ? ਸਟੋਮੈਟਾ। ਠੀਕ ਹੈ, ਸੋ ਸੂਰਜ ਬਹੁਤ ਜ਼ਰੂਰੀ ਹੈ। ਹੋਰ ਕੀ ਜ਼ਰੂਰੀ ਹੈ? ਕਲੋਰੋਫਿਲ। ਸੋ ਕੀ ਬਣਦਾ ਸਾਡੇ ਕੋਲ ਜੀ? ਗਲੂਕੋਜ਼ ਪਲੱਸ ਆਕਸੀਜਨ। ਗਲੂਕੋਜ਼ ਆਪਾਂ ਕਿਤੇ ਹੋਰ ਵੀ ਸੁਣਿਆ ਹੋਊਗਾ, ਗਲੂਕੋਨ ਡੀ ਦਾ ਨਾਮ ਸੁਣਿਆ? ਹਾਂਜੀ, ਇਹ ਉਹੀ ਗਲੂਕੋਜ਼ ਹੈ ਜਿਹਨੂੰ ਆਪਾਂ ਕਾਰਬੋਹਾਈਡਰੇਟ ਕਹਿੰਦੇ ਹਾਂ। ਠੀਕ ਹੈ, ਆ ਜੇ ਪੱਤੇ ਦਾ ਇੱਕ ਅੰਦਰੂਨੀ ਭਾਗ ਜਿਹਨੂੰ ਆਪਾਂ ਮਾਈਕਰੋਸਕੋਪ ਦੇ ਥੱਲੇ ਦੇਖੀਏ ਤਾਂ ਕੁਛ ਇਦਾਂ ਦਾ ਹੋਊਗਾ। ਆ ਪੱਤੇ ਦੀ ਉੱਪਰ ਵਾਲੀ ਪਰਤ ਹੈ ਜੀ, ਆ ਪੱਤੇ ਦੀ ਨੀਚੇ ਵਾਲੀ ਪਰਤ ਹੈ। ਸੋ ਆ ਛੋਟੀ ਜਿਹੀ ਇੱਕ ਹੋਲ ਦਿਖ ਰਹੀ ਹੈ ਤੁਹਾਨੂੰ, ਆ ਵਾਲੀ। ਸੋ ਇਹਦੇ ਥਰੂ ਕੀ ਹਵਾ ਅੰਦਰ ਜਾਂਦੀ ਹੈ। ਸੋ ਕਿਉਂਕਿ ਹਵਾ ਨੇ ਅੰਦਰ ਜਾਣਾ ਹੈ, ਸੋ ਖਾਲੀ ਸਪੇਸ ਵੀ ਹੋਣੀ ਚਾਹੀਦੀ ਹੈ। ਸੋ ਆ ਜਿਹੜੀ ਜਗ੍ਹਾ ਹੈ ਇਹ ਕੀ ਹੈ? ਸਾਡੇ ਕੋਲ ਖਾਲੀ ਹੈ। ਠੀਕ ਹੈ, ਤੋ ਇੱਥੇ ਹਵਾ ਪ੍ਰੈਜ਼ੈਂਟ ਹੁੰਦੀ ਹੈ। ਆ ਪੱਤੇ ਦੇ ਸੈੱਲ ਨੇ। ਸੋ ਕੀ ਬਣਦਾ ਇਸ ਤੋਂ ਬਾਅਦ? ਇੱਥੇ ਪ੍ਰਕਾਸ਼ ਸੰਸਲੇਸ਼ਨ ਹੋ ਜਾਂਦਾ ਹੈ। ਇਹਨਾਂ ਦੇ ਵਿੱਚ ਕਲੋਰੋਫਿਲ ਪ੍ਰੈਜ਼ੈਂਟ ਹੁੰਦਾ ਹੈ। ਆ ਜਿਹੜੇ ਸੈਲਸ ਬਣੇ ਆ ਨਾ, ਇਹਨਾਂ ਦੇ ਵਿੱਚ ਕਲੋਰੋਫਿਲ ਜਿਹੜਾ ਵਾ ਉਹ ਪ੍ਰੈਜ਼ੈਂਟ ਹੁੰਦਾ ਹੈ। ਸੋ ਆ ਗਾਰਡ ਸੈੱਲ ਦੀ ਗੱਲ ਕਰੀਏ, ਅਸਲ 'ਚ ਅਗਰ ਆ ਜਿਹੜੀ ਹੋਲ ਦੀ ਗੱਲ ਕੀਤੀ ਸੀ, ਇਹਨੂੰ ਆਪਾਂ ਡਿਟੇਲ ਦੇ ਵਿੱਚ ਇਹਦਾ ਐਨਾਲਿਸਿਸ ਕਰੀਏ ਤੇ ਕੁਛ ਇਦਾਂ ਦਾ ਦਿਖੂਗਾ। ਠੀਕ ਹੈ, ਬਾਹਰ ਕਿਹੜੇ ਨੇ? ਸਬਸਿਡਰੀ ਸੈਲਸ ਨੇ, ਤੇ ਅੰਦਰ ਕੀ ਹੈ ਸਾਡੇ ਕੋਲ? ਗਾਰਡ ਸੈਲਸ ਲੱਗੇ ਨੇ। ਤੇ ਆ ਜਿਹੜੀ ਚੀਜ਼ ਹੈ ਕੀ ਸਾਡੇ ਕੋਲ? ਸਟੋਮੈਟਾ। ਆ ਗਾਰਡ ਸੈਲਸ ਨੇ। ਠੀਕ ਹੈ, ਸੋ ਹਾਂਜੀ, ਹੁਣ ਇੱਕ ਗੱਲ ਆਪਾਂ ਅਕਸਰ ਕਹਿੰਦੇ ਆ ਕਿ ਸਾਨੂੰ ਜਿਹੜਾ ਵਾ ਜ਼ਿਆਦਾ ਤੋਂ ਜ਼ਿਆਦਾ ਰੁੱਖ ਲਾਉਣੇ ਚਾਹੀਦੇ ਨੇ। ਕਿਉਂ? ਕਿਉਂਕਿ ਜਿੰਨੇ ਜ਼ਿਆਦਾ ਰੁੱਖ ਹੋਣਗੇ ਉਨੀ ਹੀ ਜ਼ਿਆਦਾ ਆਕਸੀਜਨ ਹੋਵੇਗੀ। ਠੀਕ ਹੈ, ਤੋ ਇੱਥੇ ਆਪਾਂ ਜਿਹੜੀ ਰਿਐਕਸ਼ਨ ਜਿਹੜੀ ਆ ਪੜ੍ਹੀਏ, ਕਾਰਬਨ ਡਾਈਆਕਸਾਈਡ ਪਲੱਸ ਪਾਣੀ, ਸੂਰਜ ਦਾ ਪ੍ਰਕਾਸ਼ ਹੋਣਾ ਬਹੁਤ ਜ਼ਰੂਰੀ ਹੈ। ਕੀ ਬਣਿਆ ਸਾਡੇ ਕੋਲ? ਗਲੂਕੋਜ਼ ਪਲੱਸ ਆਕਸੀਜਨ। ਤੇ ਆਕਸੀਜਨ ਸਾਡੇ ਸਾਰੇ ਜੀਵਾਂ ਵਾਸਤੇ ਬਹੁਤ ਜ਼ਰੂਰੀ ਹੈ, ਕਿਉਂਕਿ ਅਸੀਂ ਆਕਸੀਜਨ ਦੀ ਮਦਦ ਨਾਲ ਹੀ ਜਿੰਦਾ ਰਹਿ ਸਕਦੇ ਹਾਂ। ਠੀਕ ਹੈ ਜੀ, ਸੋ ਇਸੇ ਕਰਕੇ ਕਹਿੰਦੇ ਨੇ ਕਿ ਜ਼ਿਆਦਾ ਤੋਂ ਜ਼ਿਆਦਾ ਰੁੱਖ ਲਗਾਓ। ਕਿਉਂ? ਕਿਉਂਕਿ ਅਗਰ ਜ਼ਿਆਦਾ ਤੋਂ ਜ਼ਿਆਦਾ ਰੁੱਖ ਹੋਣਗੇ, ਜ਼ਿਆਦਾ ਤੋਂ ਜ਼ਿਆਦਾ ਪ੍ਰਕਾਸ਼ ਸੰਸਲੇਸ਼ਨ ਹੋਊਗਾ ਤੇ ਉਹਦੇ ਨਾਲ ਕੀ ਆ? ਜ਼ਿਆਦਾ ਤੋਂ ਜ਼ਿਆਦਾ ਆਕਸੀਜਨ ਜਿਹੜੀ ਆ ਉਹ ਰਿਲੀਜ਼ ਹੋਊਗੀ। ਠੀਕ ਹੈ, ਸੋ
ਆਪਾਂ ਅੱਜ ਦਾ ਟੌਪਿਕ ਜਿਹੜਾ ਉਹ ਇੱਥੇ ਸਮਾਪਤ ਕਰਦੇ ਹਾਂ। ਸਮਾਪਤ ਕਰਨ ਤੋਂ ਪਹਿਲਾਂ ਮੈਂ ਇੱਕ ਵਾਰੀ ਪੂਰੇ ਦਾ ਪੂਰੇ ਚੈਪਟਰ ਨੂੰ ਰਿਵਾਈਜ਼ ਕਰਨਾ ਚਾਹੂੰਗੀ। ਠੀਕ ਹੈ, ਚੈਪਟਰ ਦਾ ਨਾਮ ਸੀ ਪੌਦਿਆਂ ਵਿੱਚ ਪੋਸ਼ਣ। ਫਿਰ ਆਪਾਂ ਪੜ੍ਹਿਆ ਕਿ ਇਸ ਦੁਨੀਆ ਦੇ ਉੱਪਰ ਪੂਰੀਆਂ ਚੀਜ਼ਾਂ ਕਾਹਤੇ ਡਿਪੈਂਡ ਕਰਦੀਆਂ ਨੇ, ਪੂਰੇ ਜੀਵ ਕਾਹਤੇ ਡਿਪੈਂਡ ਕਰਦੇ ਨੇ, ਪੌਦਿਆਂ ਦੇ ਉੱਪਰ। ਕਿਵੇਂ ਕਿਉਂਕਿ ਪੌਦੇ ਹੀ ਇੱਕ ਅਜਿਹੀ ਚੀਜ਼ ਨੇ ਜੋ ਆਪਣਾ ਭੋਜਨ ਆਪ ਬਣਾ ਸਕਦੇ ਨੇ। ਤੇ ਆਪਾਂ ਇਹ ਵੀ ਦੇਖਿਆ ਕਿ ਆਪ ਭੋਜਨ ਬਣਾਉਣ ਦੀ ਵਿਧੀ ਨੂੰ ਆਪਾਂ ਕੀ ਬੋਲਦੇ ਹਾਂ, ਆਟੋਟ੍ਰੋਪਿਜ਼ਮ। ਠੀਕ ਹੈ, ਤੇ ਉਹ ਸਾਰੇ ਜੀਵ ਜਿਹੜੇ ਆਪਣਾ ਭੋਜਨ ਆਪ ਬਣਾ ਲੈਂਦੇ ਨੇ ਉਹਨਾਂ ਨੂੰ ਕੀ ਬੋਲਦੇ ਆ ਆਪਾਂ, ਸਵੈ ਪੋਸ਼ੀ। ਤੇ ਜਿਹੜੇ ਕਿਸੇ ਹੋਰ ਤੇ ਡਿਪੈਂਡ ਕਰਦੇ ਨੇ ਉਹ ਕੀ ਨੇ, ਪਰਪੋਸ਼ੀ। ਠੀਕ ਹੈ ਜੀ। ਉਸ ਤੋਂ ਬਾਅਦ ਵੇਖਿਆ ਕਿ ਪ੍ਰਕਾਸ਼ ਸੰਸਲੇਸ਼ਨ ਕੀ ਹੈ। ਪ੍ਰਕਾਸ਼ ਸੰਸਲੇਸ਼ਨ ਦਾ ਮਤਲਬ ਹੈ ਕਿ ਸੂਰਜ ਦੀ ਮੌਜੂਦਗੀ ਦੇ ਵਿੱਚ ਪਲਾਂਟ ਆਪਣਾ ਭੋਜਨ ਤਿਆਰ ਕਰਦਾ ਹੈ। ਉਸ ਤੋਂ ਬਾਅਦ ਸੋਚਣ ਵਾਲੀ ਗੱਲ ਸੀ ਕਿ ਕਿਹੜੀਆਂ ਚੀਜ਼ਾਂ ਯੂਜ਼ ਕਰਦਾ ਹੈ। ਕਾਰਬਨ ਡਾਈਆਕਸਾਈਡ ਯੂਜ਼ ਕਰਦਾ ਹੈ, ਪਾਣੀ ਯੂਜ਼ ਕਰਦਾ ਹੈ, ਤੋਂ ਕੀ ਬਣਦਾ ਹੈ, ਗਲੂਕੋਜ਼ ਪਲੱਸ ਆਕਸੀਜਨ, ਜੋ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ। ਉਸ ਤੋਂ ਬਾਅਦ ਕੁਝ ਚੀਜ਼ਾਂ ਪੜ੍ਹੀਆਂ ਆਪਾਂ, ਲਾਈਕ ਕਲੋਰੋਫਿਲ। ਕਲੋਰੋਫਿਲ ਕੀ ਆ, ਹਰਾ ਰੰਗ। ਪੱਤੇ ਹਰੇ ਕਿਹੜੇ ਕਰਕੇ ਨੇ, ਕਲੋਰੋਫਿਲ ਕਰਕੇ। ਜਿਵੇਂ ਸਾਡੇ ਖੂਨ ਦਾ ਰੰਗ ਲਾਲ ਹੈ, ਕਿਉਂਕਿ ਇਹਦੇ ਵਿੱਚ ਹੀਮੋਗਲੋਬਿਨ ਹੁੰਦਾ ਹੈ, ਉਸੇ ਤਰੀਕੇ ਦੇ ਨਾਲ ਕੀ ਪੱਤਿਆਂ ਦੇ ਵਿੱਚ ਕੀ ਹੁੰਦਾ ਹੈ, ਕਲੋਰੋਫਿਲ ਹੁੰਦਾ ਹੈ। ਠੀਕ ਹੈ ਜੀ। ਔਰ ਇੱਥੇ ਆਪਾਂ ਸਟੋਮੈਟਾ ਪੜ੍ਹੇ ਸੀ। ਸਟੋਮੈਟਾ ਕੀ ਹੈ, ਛੋਟੇ ਛੋਟੇ ਹੋਲਸ ਜਿਹੜੇ ਪੱਤਿਆਂ ਦੇ ਵਿੱਚ ਹੁੰਦੇ ਨੇ ਤੇ ਉਹਨਾਂ ਦੇ ਥਰੂ ਕੀ ਆ, ਕਾਰਬਨ ਡਾਈਆਕਸਾਈਡ ਪੱਤੇ ਦੇ ਅੰਦਰ ਜਾਂਦੀ ਹੈ। ਤੇ ਆਪਾਂ ਇੱਥੇ ਦੇਖਿਆ ਸੀਗਾ ਆ ਸਟੋਮੈਟਾ ਸੀਗਾ, ਆ ਕੀ ਆ, ਖਾਲੀ ਜਗ੍ਹਾ ਪੱਤੇ ਦੇ ਅੰਦਰ ਹੁੰਦੀ ਹੈ। ਆ ਦੇ ਸੈੱਲ ਸੀਗੇ ਤੇ ਸੈਲਸ ਦੇ ਵਿੱਚ ਕੀ ਪਿਆ ਹੈ, ਕਲੋਰੋਫਿਲ ਪਿਆ ਹੈ। ਤੇ ਆ ਜਿਹੜੀ ਡਾਇਗਰਾਮ ਸੀ ਇਹ ਸਾਡੇ ਕੋਲ ਸਟੋਮੈਟਾ ਦੀ ਸੀ। ਸਟੋਮੈਟਾ ਦੇ ਬਾਹਰ ਵਾਲੇ ਸੈਲਸ ਪਏ ਨੇ। ਆ ਗਿਆ ਸਾਡੇ ਕੋਲ ਗਾਰਡ ਸੈੱਲ ਹੈ ਔਰ ਆ ਕੀ ਹੈ ਸਾਡੇ ਕੋਲ ਸਟੋਮੈਟਾ। ਠੀਕ ਹੈ, ਸੋ ਮੈਂ ਉਮੀਦ ਕਰਦੀ ਹੋਵਾਂਗੀ ਤੁਸੀਂ ਇਹ ਚੈਪਟਰ ਨੂੰ ਹੁਣ ਤੱਕ ਪੂਰਾ ਸਮਝਿਆ ਹੋਊਗਾ। ਔਰ ਅਗਰ ਕੋਈ ਵੀ ਪ੍ਰੋਬਲਮ ਆਉਂਦੀ ਹੈ ਤੇ ਮੈਨੂੰ ਕਾਲ ਕਰਨਾ ਨਿਸ਼ਚਿੰਤ ਹੋ ਕੇ। ਮੈਂ ਤੁਹਾਨੂੰ ਹਰ ਤਰੀਕੇ ਦੇ ਨਾਲ, ਹਰ ਸੰਭਵ ਤਰੀਕੇ ਦੇ ਨਾਲ ਸਮਝਾਉਣ ਦੇ ਲਈ ਵਚਨਬੱਧ ਹਾਂ। ਧੰਨਵਾਦ।